गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की कमोलक लिखत है, समर्थ महापुरख दे हुक्म दा बद्धा रूहानी संसार। आओ प्यार नाल सरवण करन दी कोशिश करिए जी। सुरत नू गुरु साहिबां दे अनुभव अनुसार कई लश्करां दा साथ अते व्यक्तित्व प्राप्त है। फिर दोहरा दईए, सुरत नू गुरु साहिबां दे अनुभव अनुसार कई लश्करां दा साथ अते व्यक्तित्व प्राप्त है। मैं मर्जी यानी इच्छा शक्ति इक्को ही है ਅਤੇ ਜਦੋਂ ਇਹ ਮੁਹਿੰਮਾਂ ਤੇ ਅੱਗੇ ਵੱਧਦੀ ਹੈ, ਜਿਵੇਂ ਕਿ ਸੀਜ਼ਰ, ਸਿਕੰਦਰ ਅਤੇ ਨੈਪੋਲੀਅਨ ਦੇ ਕੇਸ ਵਿੱਚ ਇਹ ਇਕੱਲੀ ਹੋਣ ਕਾਰਨ ਬਹੁਤ ਬੁਰੀ ਤਰ੍ਹਾਂ ਪਤਨ ਵਿੱਚ ਡਿੱਗਦੀ ਹੈ। ਅਜਿਹੀ ਹਰੇਕ ਮੈਂ ਜਿਸ ਨੂੰ ਪਿਛਲੇ ਲਸ਼ਕਰ ਦਾ ਪਤਾ ਨਹੀਂ, ਮਹਿਸੂਸ ਕਰਦੀ ਹੈ ਕਿ ਉਸ ਦਾ ਪਿਛਲਾ ਹਿੱਸਾ ਕੱਟ ਗਿਆ ਹੈ ਅਤੇ ਉਹ ਆਕਾਸ਼ ਵਿੱਚ ਕੱਟੀ ਪਤੰਗ ਵਾਂਗ ਡਾਵਾਂ ਡੋਲ ਫਿਰਦੀ ਪਈ ਹੈ। ਅਤੇ ਸੁਰਤ ਉਹ ਮੈਂ ਹੈ ਜਿਸ ਦੇ ਪਿੱਛੇ ਸਾਰਾ ਬੈਕੁੰਠ ਹੈ। ਉਹ ਮੈਂ ਧਰਤੀ ਤੇ ਵੀ ਬੈਕੁੰਠ ਦੀ ਸ਼ਕਤੀ ਰੱਖਦੀ ਹੈ ਅਤੇ ਇਸ ਦੇ ਸਾਰੇ ਕਾਰਜ ਚਮਤਕਾਰੀ ਹਨ ਅਤੇ ਰੂਹ ਦੇ ਵਿਕਾਸ ਵਿੱਚ ਕੇਵਲ ਸੱਚੇ ਇਤਿਹਾਸਕ ਵਾਕਿਆਤ ਹਨ। ਸਾਰੀ ਰਾਮਾਇਣ ਖੂਬਸੂਰਤ ਹੈ ਕਿਉਂਕਿ ਇਸ ਵਿੱਚ ਹੰਕਾਰ ਦਾ ਚਰਿੱਤਰ ਚਿਤਰਨ ਹੈ। ਇਸ ਵਿੱਚ ਰਾਵਣ ਦੇ ਲਸ਼ਕਰ ਨਾਲੋਂ ਮੈਂ ਕੱਟ ਚੁੱਕੀ ਹੈ ਅਤੇ ਰਾਮਚੰਦਰ ਦੇ ਲਸ਼ਕਰ ਵਜੋਂ ਮੈਂ ਜੋੜੀ ਜਾ ਚੁੱਕੀ ਹੈ। ਨੈਤਸ਼ੇ ਲਸ਼ਕਰ ਸਹਿਤ ਸੁਰਤ ਦੀ ਉਚਾਈ ਨੂੰ ਵਧਿਆ ਹੋਇਆ ਹੋਮੈ ਜਾਂ ਮਿਸਰ ਦੇ ਫੈਰੋਆਂ ਵਾਂਗ ਮੈਂ ਦੀ ਆਕੜ ਨਾਲ ਭੁਲੇਖਾ ਖਾ ਜਾਂਦਾ ਹੈ। ਮਨੁੱਖ ਤਾਂ ਮਹਾਮਾਨਵ ਹੁੰਦਾ ਹੈ ਜਦੋਂ ਇਸ ਦੀ ਸੁਰਤ ਨੇ ਆਪਣਾ ਪਿੱਛਾ ਵੇਖ ਲਿਆ ਹੋਵੇ ਅਤੇ ਆਵੇਸ਼ ਉਸ ਨਾਲ ਜੁੜਿਆ ਹੋਵੇ। ਮਨੁੱਖੀ ਇਤਿਹਾਸ ਵਿੱਚ ਮਹਾਮਾਨਵ ਥੋੜੇ ਹੀ ਹੋਏ ਹਨ। ਮਹਾਮਾਨਵ ਕੇਵਲ ਸੁਰਤ ਦੀ ਅਵਸਥਾ ਹੈ। ਇਹ ਹਮੇਸ਼ਾ ਇੱਕ ਪੱਧਰ ਤੇ ਨਹੀਂ ਰਹਿ ਸਕਦੀ। ਮਹਾਮਾਨਵ ਚੇਤਨਤਾ ਦੀ ਅਵਸਥਾ ਹੈ, ਮਨੁੱਖ ਨਹੀਂ। ਮਹਾਮਾਨਵ ਵੀ ਇੱਕ ਨੀਚ ਜ਼ਾਲਮ ਹੈ ਜਦੋਂ ਉਹ ਆਪਣਾ ਪਿੱਛਾ ਨਹੀਂ ਵੇਖਦਾ, ਸਗੋਂ ਲੋਕਾਂ ਦੀਆਂ ਖੋਪੜੀਆਂ ਤੇ ਚੱਲਦਾ ਹੈ, ਆਪਣੇ ਵਿਨਾਸ਼ ਵੱਲ ਵੱਧਦਾ ਹੈ। ਸ਼ਿਵ ਸੁਰਤ ਦੀ ਮੂਰਤੀ ਹਨ। ਮੌਤ ਜਿੰਨੇ ਸ਼ਕਤੀਸ਼ਾਲੀ ਫਿਰ ਵੀ ਸਾਰੇ ਵਿਸ਼ਵ ਦੇ ਜੀਵਨ ਦੀ ਖੁਸ਼ੀ ਨਾਲ ਨੱਚ ਉੱਠਦੇ ਹਨ। ਕਮਜ਼ੋਰੀ ਤਾਂ ਸੰਸਾਰ ਵਿੱਚ ਇਕੱਲਿਆਂ ਹੋਣ ਦੀ ਹੈ। ਭਾਵੇਂ ਕਮਜ਼ੋਰ ਵਿਅਕਤੀ ਦੀਆਂ ਬਾਹਾਂ ਵਿੱਚ ਕਿੰਨਾ ਵੀ ਬਲ ਹੋਵੇ, ਉਹ ਦਿਨ ਆ ਜਾਂਦਾ ਹੈ ਜਦੋਂ ਹਵਾਵਾਂ ਪੱਛਮ ਨੂੰ ਵਗਦੀਆਂ ਹਨ, ਜਦੋਂ ਉਹ ਉਹਨਾਂ ਨੂੰ ਪੂਰਬ ਨੂੰ ਵਗਣ ਲਈ ਕਹਿੰਦਾ ਹੈ ਅਤੇ ਜੇ ਸੋਨੇ ਨੂੰ ਹੱਥ ਪਾਉਂਦਾ ਹੈ ਤਾਂ ਉਹ ਮਿੱਟੀ ਹੋ ਜਾਂਦਾ ਹੈ। ਭਾਵੇਂ ਥੋੜਾ ਚਿਰ ਪਹਿਲਾਂ ਹੀ ਉਸ ਦੀ ਛੋਹ ਨਾਲ ਮਿੱਟੀ ਸੋਨਾ ਬਣ ਜਾਂਦੀ ਸੀ। ਉਹ ਮਿੱਤਰਾਂ ਤੋਂ ਸਹਾਇਤਾ ਮੰਗੀ ਜਾਂਦਾ ਹੈ ਪਰ ਵੇਖਦਾ ਹੈ ਕਿ ਉਹ ਉਸ ਦੇ ਦੁਸ਼ਮਣ ਹਨ। ਹਰ ਸ਼ੈ ਉਸ ਦੇ ਵਿਰੁੱਧ ਹੋ ਜਾਂਦੀ ਹੈ ਜਦੋਂ ਕਿ ਥੋੜਾ ਚਿਰ ਪਹਿਲਾਂ ਸਭ ਉਸ ਦੇ ਹੱਕ ਵਿੱਚ ਸਨ। ਇਹ ਕਮਜ਼ੋਰੀ ਹੈ। ਸੈਂਟ ਹੈਲੀਨਾ ਦਾ ਨੈਪੋਲੀਅਨ ਕਦੇ ਵੀ ਸ਼ਕਤੀਸ਼ਾਲੀ ਨਹੀਂ ਸੀ, ਕਿਉਂਕਿ ਜੇ ਉਹ ਸ਼ਕਤੀਸ਼ਾਲੀ ਹੁੰਦਾ ਤਾਂ ਉਹ ਸੈਂਟ ਹੈਲੀਨਾ ਨੂੰ ਇਸ ਧਰਤੀ ਤੇ ਹੀ ਸਵਰਗ ਬਣਾ ਦਿੰਦਾ। ਲੋਕ ਵਾਟਰਲੂ ਦੀ ਜਿੱਤ ਨੂੰ ਚੇਤੇ ਨਾ ਰੱਖਦੇ, ਸਗੋਂ ਸੈਂਟ ਹੈਲੀਨਾ ਦੇ ਵਾਸੀਆਂ ਦੀ ਜਿੱਤ ਨੂੰ, ਰੂਹ ਦੇ ਟਿਕਾਓ ਦੇ ਇਕਾਂਤ ਦੀ ਜਿੱਤ। ਸੈਂਟ ਹੈਲੀਨਾ ਇੱਕ ਹੋਰ ਮੌਕਾ ਹੁੰਦਾ। ਈਸਾ ਨੇ ਨੈਪੋਲੀਅਨ ਦੀ ਜਿੱਤ ਵਰਗੀ ਜਿੱਤ ਪ੍ਰਾਪਤ ਨਹੀਂ ਕੀਤੀ। ਉਸ ਨੂੰ ਹਾਰ ਹੋਈ। ਉਸ ਦੇ ਜਿਉਂਦੇ ਲੋਕਾਂ ਨੇ ਉਸ ਤੇ ਥੁੱਕਿਆ, ਉਸ ਨੂੰ ਪਾਉਣ ਲਈ ਵੱਡਾ ਕਰਾਸ ਦਿੱਤਾ। ਪਰ ਯਰੂਸ਼ਲਮ ਦੀ ਵਡਿਆਈ ਕਿੰਨੀ ਹੋਈ ਹੈ। ਯਰੂਸ਼ਲਮ ਦਾ ਸੈਂਟ ਹੈਲੀਨਾ ਨਾਲ ਟਾਕਰਾ ਕਰੋ। ਇਹ ਉਸ ਸ਼ਕਤੀ ਵਿੱਚ ਜੋ ਅੰਤਰਮੁਖੀ ਹੈ ਅਤੇ ਨਿਰਸੰਦੇਹ ਕਮਜ਼ੋਰੀ ਹੈ, ਅਤੇ ਉਸ ਸ਼ਕਤੀ ਵਿੱਚ ਜੋ ਅੰਤਰਮੁਖੀ ਹੈ ਅਤੇ ਨਿਰਸੰਦੇਹ ਸ਼ਕਤੀਸ਼ਾਲੀ ਹੈ, ਫਰਕ ਹੈ। ਨੈਤਸ਼ੇ ਵਿਚਾਰਾਂ ਦੀ ਉਲਝਣ ਵਿੱਚ ਆਪਣੇ ਮਹਾਮਾਨਵ ਨੂੰ ਨੈਪੋਲੀਅਨ, ਸਿਕੰਦਰ ਜਾਂ ਸੀਜ਼ਰ ਦੀ ਅਥਾਹ ਸ਼ਕਤੀ ਵਾਲਾ ਬਣਾਉਂਦਾ ਹੈ, ਪਰ ਉਸ ਦਾ ਮਹਾਮਾਨਵ ਉਸ ਪਹਾੜ ਵਰਗਾ ਹੈ ਜੋ ਬਾਰਿਸ਼, ਬਰਫ਼, ਹਵਾ ਤੇ ਬਿਜਲੀ ਦੀ ਖੁਰਾਕ ਹੈ। ਗੁਰੂ ਸਾਹਿਬ ਵੀ ਮਹਾਮਾਨਵ ਯਾਨੀ ਬ੍ਰਹਮ ਗਿਆਨੀ ਸ਼ਕਤੀਸ਼ਾਲੀ ਮਨੁੱਖ ਦਾ ਆਹਵਾਨ ਕਰਦੇ ਹਨ, ਪਰ ਇਹ ਸ਼ਕਤੀ ਅੱਗੇ ਦਿਆਂ, ਪਿੱਛੇ ਦਿਆਂ ਅਤੇ ਮਨੁੱਖ ਦੇ ਅੰਦਰਲੇ ਦੇ ਲਸ਼ਕਰਾਂ ਦੇ ਨਿਰੰਤਰ ਸੰਬੰਧੀ ਹੈ। ਇਹ ਸਿਮਰਨ ਦੀ ਯਾਦ ਦੀ ਸ਼ਕਤੀ ਹੈ। ਮੈਂ ਨਹੀਂ, ਉਹ ਮੇਰੇ ਲਈ ਲੜਦਾ ਹੈ, ਫੂਲਾ ਸਿੰਘ ਨੇ ਕਿਹਾ।
ਉਸਨੇ ਬੱਚੇ ਵਾਂਗ ਅਰਦਾਸ ਕੀਤੀ ਜਦੋਂ ਸੈਦੋਂ ਵਿੱਚ ਪਠਾਨਾਂ ਦੀਆਂ ਢਾਣੀਆਂ ਵਿਚਾਲੇ ਘਿਰ ਗਿਆ ਸੀ। ਇਹ ਕਿਸੇ ਅਣਡਿੱਠੇ ਰੱਬ ਵੱਲ ਅਰਦਾਸ ਨਹੀਂ ਸੀ। ਗੁਰੂ ਗੋਬਿੰਦ ਸਿੰਘ ਲਸ਼ਕਰਾਂ ਦਾ ਸਰਦਾਰ ਅੰਗ ਸੰਗ ਸੀ ਅਤੇ ਸਿੱਖ ਨੇ ਉਸ ਨੂੰ ਪੁਕਾਰਿਆ। ਸਿੱਖ ਦੀ ਉਸ ਦਿਨ ਰੂਹਾਨੀ ਜਿੱਤ ਹੋਈ। ਉਹ ਮੁੱਠੀ ਭਰ ਸਨ ਅਤੇ ਇਹ ਕਿਹਾ ਜਾਂਦਾ ਹੈ ਕਿ ਪਠਾਨ ਇਹ ਕਹਿੰਦੇ ਹਨ ਕਿ ਹਰੇਕ ਪਠਾਨ ਨੇ ਵੇਖਿਆ ਕਿ ਉਹ ਫੂਲਾ ਸਿੰਘ ਵਰਗੇ 10 ਸਿੱਖਾਂ ਨਾਲ ਘਿਰਿਆ ਹੋਇਆ ਹੈ, ਜਿਨ੍ਹਾਂ ਨੇ ਖੁੱਲੀਆਂ ਬਾਹਾਂ ਵਾਲੇ ਨੀਲੇ ਕੁੜਤੇ ਤੇ ਅਕਾਲੀਆਂ ਵਾਲੀਆਂ ਲੰਮੀਆਂ ਨੀਲੀਆਂ ਨੋਕਦਾਰ ਪੱਗਾਂ ਬੰਨੀਆਂ ਹੋਈਆਂ ਹਨ ਅਤੇ ਅਕਾਲ ਗਜਾ ਰਹੇ ਹਨ। ਫੂਲਾ ਸਿੰਘ ਨਿਹੰਗ ਇੱਕ ਸ਼ਬਦ ਨਾਲ ਹੀ ਏਕ ਤੋਂ ਅਨੇਕ ਹੋ ਸਕਦਾ ਸੀ। ਇਹ ਸੱਚਮੁੱਚ ਇੱਕ ਬ੍ਰਹਮ ਗਿਆਨੀ ਦੀ ਸੁਰਤ ਦੀ ਚੇਤਨਤਾ ਦੇ ਲੱਛਣ ਹਨ। ਇਹ ਵਾਕਿਆਤ ਆਪਣੇ ਆਪ ਵਿੱਚ ਬਹੁਤ ਮਾਮੂਲੀ ਲੱਗਦੇ ਹਨ। ਸੈਦੋ ਵੀ ਵਾਟਰਲੂ ਬਣ ਸਕਦਾ ਸੀ। ਅਜੇ ਸੈਂਕੜੇ ਹਨ ਵੀ, ਪਰ ਉਹਨਾਂ ਆਮ ਬਦਲਾਂ ਵਿਚਲੀ ਬਿਜਲੀ ਦੀ ਲਿਸ਼ਕੀ ਸਾਡੇ ਲਈ ਮਹੱਤਵਪੂਰਨ ਹੈ ਅਤੇ ਇਹੀ ਚਮਕ ਖੁਦਾ ਨੂੰ ਜਾਂ ਨਿੱਜੀ ਸੱਚ ਨੂੰ ਲੱਭਣ ਵਾਲਿਆਂ ਵਾਸਤੇ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਉਹਨਾਂ ਸੰਤਾਂ ਨੇ ਅਹੰਕਾਰ ਮੈਂ ਨੂੰ ਨਿੰਦਿਆ ਹੈ, ਪਰੰਤੂ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਹਉਮੈ ਰੋਗ ਦਾ ਇਲਾਜ ਹੈ। ਇਹ ਮੈਂ ਨਾਲ ਹੀ ਹਉਮੈ ਤੋਂ ਉੱਚਾ ਉੱਠਦਾ ਹੈ, ਹੋਰ ਕੋਈ ਰਾਹ ਨਹੀਂ। ਜਦੋਂ ਇਹ ਲਸ਼ਕਰ ਨਾਲ ਇਕਮਿਕ ਹੋ ਜਾਂਦਾ ਹੈ, ਇਹ ਉੱਚਾ ਉੱਠ ਜਾਂਦਾ ਹੈ। ਆਪਣੇ ਤਣੇ ਤੇ ਖੜੇ ਕਮਲ ਦੀ ਸਫੇਦ ਮੈਂ ਸੁੰਦਰ ਹੈ, ਮਨੁੱਖ ਦੀ ਮੈਂ ਕਿਵੇਂ ਅਸੁੰਦਰ ਹੋ ਸਕਦੀ ਹੈ? ਇਹ ਕੇਵਲ ਸਾਰਿਆਂ ਤੋਂ ਵੱਖਰੇ ਹੋਣ ਦੇ ਪਾਪ ਨਾਲ ਲਿਬੜੀ ਹੋਈ ਹੈ। ਇਸ ਦੇ ਅਨੰਤਤਾ ਵਿੱਚ ਧੋਤੇ ਜਾਣ ਦੀ ਲੋੜ ਹੈ। ਜੀਵਨ ਦੀ ਡੋਡੀ ਇਸ ਮੈਂ ਤੋਂ ਜੀਵਨ ਦਾ ਰੁਖ ਬਣਦਾ ਹੈ। ਸਾਨੂੰ ਇਸ ਨੂੰ ਫੁੱਲ ਵਾਂਗ ਸੁੰਦਰ ਤੇ ਨਾਜ਼ੁਕ ਬਣਾਉਣ ਦੀ ਲੋੜ ਹੈ। ਜਦੋਂ ਮੈਂ ਸੁੰਦਰ ਹੋ ਜਾਂਦੀ ਹੈ, ਇਹ ਮੈਂ ਨਹੀਂ ਰਹਿੰਦੀ, ਪਰ ਕਈ ਦਿਲਕਸ਼ ਵਹਿਮ ਹਨ ਜਿਨ੍ਹਾਂ ਕਾਰਨ ਟੁੱਟੀ ਮੈਂ ਫਿਰ ਪੂਰਨ ਹੋ ਜਾਂਦੀ ਹੈ। ਮੈਂ ਕਈ ਮਹੀਨੇ ਬਿਸਤਰੇ ਤੇ ਪਿਆ ਰਿਹਾ, ਕਹਿੰਦੇ ਹਨ ਬਿਮਾਰੀ ਕਾਰਨ। ਮੈਂ ਹੁਣ ਟੁੱਟੀ ਸੁਰਤ ਨੂੰ ਵੇਖਦਾ ਹਾਂ ਜਿਸ ਦਾ ਕੋਈ ਇਲਾਜ ਨਹੀਂ ਸੀ। ਮੈਂ ਮਰ ਰਿਹਾ ਸਾਂ। ਇੱਕ ਆਦਮੀ ਨੇ ਮੈਨੂੰ ਸੇਬ ਖਰੀਦ ਕੇ ਲਿਆ ਦਿੱਤਾ। ਇਹ ਲਾਲ ਕਸ਼ਮੀਰੀ ਸੇਬ ਸੀ। ਮੈਂ ਖਾਧਾ ਅਤੇ ਮੈਂ ਜਿਵੇਂ ਕਦੇ ਬਿਮਾਰ ਹੀ ਨਹੀਂ ਸਾਂ। ਸੇਬ ਦੇ ਰਸ ਵਿੱਚ ਸਾਧੂ ਦੀਆਂ ਸ਼ੁਭ ਇੱਛਾਵਾਂ ਸਨ ਕਿ ਮੈਂ ਵੱਲ ਹੋ ਜਾਵਾਂ। ਮੈਂ ਅੰਮ੍ਰਿਤਸਰ ਹਰਮੰਦਰ ਸਾਹਿਬ ਕਦੇ ਹੀ ਜਾਂਦਾ ਹਾਂ, ਪਰ ਇੱਕ ਵਾਰੀ ਬੜੀ ਦੇਰ ਪਿੱਛੋਂ ਜਦੋਂ ਉਹ ਮੈਨੂੰ ਉੱਥੇ ਲੈ ਗਿਆ, ਮੈਂ ਮਹਿਸੂਸ ਕੀਤਾ ਕਿ ਮੈਂ ਉਸ ਮੰਡਲ ਵਿੱਚ ਦਾਖਲ ਹੋ ਗਿਆ ਹਾਂ ਜਿਹੜਾ ਮੈਂ ਕਦੇ ਨਹੀਂ ਸੀ ਵੇਖਿਆ। ਮੇਰੇ ਮਸਤਕ ਨੇ ਉਸ ਅਜੂਬੇ ਦੇ ਫਰਸ਼ ਦੇ ਮੁਤਾਬਰਕ ਸੰਗੇ ਮਰਮਰ ਨੂੰ ਛੋਇਆ ਅਤੇ ਮੇਰੀ ਰੂਹ ਇਸ ਧਰਤੀ ਤੋਂ ਉੱਪਰ ਉੱਠ ਗਈ। ਸਾਲਾਂ ਬੱਧੀ ਮੈਂ ਸੋਚਦਾ ਰਿਹਾ ਕਿ ਮੈਂ ਉਸ ਦਾ ਸਾਂ, ਪਰ ਉਸ ਰਾਤ ਮੈਂ ਵੇਖਿਆ ਕਿ ਉਸ ਲਮੇ ਤੋਂ ਪਹਿਲਾਂ ਮੈਂ ਕਦੇ ਵੀ ਉਸ ਦਾ ਨਹੀਂ ਸਾਂ। ਮੇਰਾ ਸਿਰਫ ਖਿਆਲ ਹੀ ਸੀ ਕਿ ਮੈਂ ਉਸ ਦਾ ਸਾਂ। ਉਸ ਦਾ ਹੋਣਾ ਹੀ ਅਸਲੀ ਚਰਨਾਟ ਮੈਨੂੰ ਉਦੋਂ ਮਿਲੀ ਜਦੋਂ ਮੈਂ ਇੱਕ ਹਨੇਰੀ ਰਾਤ ਹਰਮੰਦਰ ਸਾਹਿਬ ਗਿਆ। ਸੰਗੇ ਮਰਮਰ ਦੇ ਫਰਸ਼ ਦੀ ਛੋਹ ਨਾਲ ਮੇਰੀ ਰੂਹ ਉੱਪਰ ਨੂੰ ਉੱਠੀ ਅਤੇ ਜਦੋਂ ਕੋਈ ਡਿੱਗਦਾ ਹੈ, ਸੰਭਵ ਹੈ ਕਿ ਉਸ ਨੂੰ ਕਈ ਮਹੀਨੇ ਅਤੇ ਸਾਲ ਇਹ ਪਤਾ ਹੀ ਨਾ ਹੋਵੇ ਕਿ ਉਹ ਕਿੱਥੇ ਡਿੱਗਾ ਹੈ ਅਤੇ ਕੀ ਉਹ ਡਿੱਗਾ ਵੀ ਹੈ। ਪਰ ਜਦੋਂ ਉਹ ਪਿਆਰ ਦੇ ਕਿਸੇ ਅਚੰਭੇ ਨੂੰ ਮੁੜ ਵੇਖਦਾ ਹੈ ਅਤੇ ਗੜ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ, ਤਾਂ ਉਸ ਨੂੰ ਅਨੁਭਵ ਹੁੰਦਾ ਹੈ ਕਿ ਉਹ ਅਚੇਤ ਹੀ ਕਿੱਡੇ ਵੱਡੇ ਅਪਮਾਨ ਵਿੱਚ ਫਿਸਲਿਆ ਸੀ ਅਤੇ ਉੱਥੇ ਹੀ ਰਿਹਾ ਹੈ, ਜਦੋਂ ਕਿ ਸਾਰਾ ਸਮਾਂ ਉਹ ਇਹ ਮਹਿਸੂਸ ਕਰਦਾ ਰਿਹਾ ਸੀ ਕਿ ਉਹ ਬਹੁਤ ਵਧੀਆ ਹਾਲਤ ਵਿੱਚ ਹੈ, ਜਦੋਂ ਕਿ ਵਾਸਤਵ ਵਿੱਚ ਉਹ ਨਹੀਂ ਸੀ। ਤੁਸਾਂ ਇਹ ਵੇਖਿਆ ਹੋਵੇਗਾ ਕਿ ਅਸੀਂ ਹਰ ਰੋਜ਼ ਖਾਂਦੇ ਹਾਂ, ਹਰ ਰੋਜ਼ ਨਹਾਉਂਦੇ ਹਾਂ ਅਤੇ ਸਾਲਾਂ ਬੱਧੀ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਸਭ ਕੁਝ ਠੀਕ ਠਾਕ ਹੈ, ਪਰ ਇੱਕ ਦਿਨ ਅਸੀਂ ਉਹ ਖਾਂਦੇ ਹਾਂ ਜੋ ਅਸੀਂ ਪਹਿਲਾਂ ਕਦੇ ਨਹੀਂ ਖਾਧਾ ਹੁੰਦਾ। ਅਸੀਂ ਅਜਿਹਾ ਇਸ਼ਨਾਨ ਕਰਦੇ ਹਾਂ ਜਿਹੋ ਜਿਹਾ ਪਹਿਲਾਂ ਕਦੇ ਨਹੀਂ ਕੀਤਾ ਹੁੰਦਾ। ਅਸੀਂ ਅਜਿਹੀ ਖੁਸ਼ੀ ਮਹਿਸੂਸ ਕਰਦੇ ਹਾਂ ਜਿਹੋ ਜਿਹੀ ਪਹਿਲਾਂ ਕਦੇ ਨਹੀਂ ਕੀਤੀ ਹੁੰਦੀ। ਇਹ ਸਾਰਾ ਫਰਕ ਸਾਡੇ ਆਪੇ ਨੂੰ ਜਗਾ ਦਿੰਦਾ ਹੈ ਅਤੇ ਅਸੀਂ ਫਿਰ ਸੌਂ ਜਾਂਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰਿਆਂ ਲਈ ਇਹ ਨੀਂਦਰ ਹੈ, ਲੰਮੀ ਨੀਂਦਰ, ਅਤੇ ਬਹੁਤ ਸਾਲਾਂ ਬਾਅਦ
ਇੱਕ ਲੰਮੇ ਲਈ ਜਾਗਣਾ ਤੇ ਵੇਖਣਾ ਕਿ ਅਸੀਂ ਗੁਰੂ ਸਾਹਿਬਾਂ ਦੇ ਉਪਦੇਸ਼ ਨੂੰ ਭੁੱਲ ਚੁੱਕੇ ਹਾਂ। ਪਰ ਵਧੇਰੇ ਵਿਕਸਤ ਲਈ ਤਾਂ ਇਹ ਮਹਾਂ ਸੁਚੇਤਤਾ ਹੈ। ਉਹ ਪੁਜਾਰੀ ਕੋਲੋਂ ਨੱਠ ਲੈਂਦੇ ਹਨ ਅਤੇ ਘੰਟਿਆਂ ਬੱਧੀ ਵੇਸਵਾ ਪਾਸ ਖੜੇ ਉਸ ਨੂੰ ਵੇਖਦੇ ਰਹਿੰਦੇ ਹਨ। ਇਹ ਨਹੀਂ ਕਿ ਕਿਸੇ ਵਿਸ਼ੇਸ਼ ਪੱਖ ਤੋਂ ਉਹ ਇੱਕ ਨੂੰ ਨਫ਼ਰਤ ਕਰਦੇ ਤੇ ਦੂਜੇ ਨੂੰ ਪਿਆਰ ਕਰਦੇ ਹਨ, ਸਗੋਂ ਉਹ ਇਸ ਵਚਿੱਤਰ ਕਾਰਜ ਤੋਂ ਸੁਖ ਮਹਿਸੂਸ ਕਰਦੇ ਹਨ। ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਸੁਰਤੀ ਜੀਵਨ ਹੈ ਅਤੇ ਇੱਕੋ ਜਿਹਾ ਨਿਤ ਕਰਮ ਜਾਂ ਵਿਚਾਰਾਂ ਜਾਂ ਸਿਧਾਂਤਾਂ ਦੀ ਕੱਟੜਤਾ ਇਸ ਨੂੰ ਪਥਰਾ ਦਿੰਦੀ ਹੈ। ਬਹੁਤ ਜ਼ਰੂਰੀ ਨੁਕਤਾ ਹੈ, ਫਿਰ ਦੁਹਰਾ ਦਈਏ। ਕਿਸੇ ਕਿਸਮ ਦੀ ਕਠੋਰਤਾ ਸੁਰਤ ਵਿੱਚ ਜ਼ਹਿਰ ਭਰ ਦਿੰਦੀ ਹੈ। ਸੁਰਤੀ ਜੀਵਨ ਹੈ ਅਤੇ ਇੱਕੋ ਜਿਹਾ ਨਿਤ ਕਰਮ ਜਾਂ ਵਿਚਾਰਾਂ ਜਾਂ ਸਿਧਾਂਤਾਂ ਦੀ ਕੱਟੜਤਾ ਇਸ ਨੂੰ ਪਥਰਾ ਦਿੰਦੀ ਹੈ। ਇੱਥੋਂ ਤੱਕ ਕਿ ਨਿਸ਼ਚਿਤ ਆਦੇਸ਼ਾਂ ਦਾ ਨਿਯਮਬੱਧ ਸਦਾਚਾਰ ਵੀ ਮਾਰੂ ਹੈ। ਇਸ ਲਈ ਸੁਰਤ ਵਾਲਾ ਮਨੁੱਖ, ਜਿਸ ਤਰ੍ਹਾਂ ਮੈਂ ਉੱਪਰ ਹਵਾਲਾ ਦਿੱਤਾ ਹੈ, ਜੀਵਨ ਵਾਂਗ ਬਦਲਦਾ, ਤਰਲ ਤੇ ਸਰਗਰਮ ਹੈ। ਗੁਰੂ ਅਰਜਨ ਦੇਵ ਕਹਿੰਦੇ ਹਨ, ਜੋ ਆਪਣੇ ਆਪ ਨੂੰ ਅਥਰੂਆਂ ਵਿੱਚ ਨਹੀਂ ਢਾਲ ਸਕਦਾ, ਆਨੰਦ, ਹਮਦਰਦੀ ਤੇ ਸ਼ੁਕਰਾਨੇ ਦੇ ਅਥਰੂਆਂ ਵਿੱਚ ਉਹ ਕਿਵੇਂ ਸੱਚਖੰਡ ਵਿੱਚ ਜਾ ਸਕਦਾ ਹੈ? ਸੁਰਤ ਵਾਲੇ ਮਨੁੱਖ ਵਿੱਚ ਸੁਨ, ਨਿਰਜਿੰਦ, ਮਕੈਨਿਕੀ ਪ੍ਰਣਾਲੀ ਜੋ ਮਨੁੱਖਾਂ ਨੂੰ ਪਦਾਰਥਾਂ ਵਾਂਗ ਸਮਝਦੀ ਹੈ ਅਤੇ ਹਰੇਕ ਨਾਲ ਇੱਕੋ ਜਿਹਾ ਵਿਵਹਾਰ ਕਰਦੀ ਹੈ, ਪ੍ਰਤੀ ਕੋਈ ਸਹਿਨਸ਼ੀਲਤਾ ਨਹੀਂ। ਸੁਰਤ ਵਾਲਾ ਮਨੁੱਖ ਅਧਿਆਤਮਵਾਦੀ ਨਾਲੋਂ ਵੱਖਰਾ ਇੱਕ ਮਹਾਨ ਕਲਾਕਾਰ ਹੈ। ਉਸ ਪਾਸ ਪੂਰਨ ਵਿਕਸਤ ਸੁਹਜਪੂਰਨ ਸ਼ਖਸੀਅਤ ਹੈ ਅਤੇ ਜਿਵੇਂ ਕਿ ਕਵੀ ਸੋਚਦਾ ਹੈ, ਮੈਨੂੰ ਅਲੰਕਾਰ ਦੇਣ ਲਈ ਸੰਸਾਰ ਮੌਜੂਦ ਹੈ। ਸਿੱਖ ਲਈ ਇਹ ਸੰਸਾਰ ਉਸ ਦੀ ਸੁਰਤ ਨੂੰ ਉੱਚਿਆ ਉੱਠਣ ਲਈ, ਮਹਿਬੂਬ ਦੀ ਚਰਨਾਹਟ ਤੇ ਸਰਸਰਾਹਟ ਦੇਣ ਲਈ ਹੈ। ਉਹ ਆਪਣੀ ਰੂਹਾਨੀਅਤ ਸਹਿਤ ਹਵਾ ਵਿੱਚ ਡੋਡੀ ਤੇ ਪੂਰੇ ਖਿੜੇ ਲਹਿਰਾ ਰਹੇ ਕਵਲ ਵਾਂਗ ਹਿਲਦਾ ਰਹੇ। ਗੁਰੂ ਨਾਨਕ ਅਨੁਸਾਰ ਰੂਹ ਦਾ ਜੀਵਨ ਸਵਰਗੀ ਦਾਤ ਹੈ। ਇਹ ਤਾਂ ਇਸ ਹਨੇਰੇ ਸੰਸਾਰ ਵਿੱਚ ਗਿਆਨ ਦੇ ਪ੍ਰਕਾਸ਼ ਲਈ ਭੇਜੇ ਮਹਾਂਪੁਰਖ ਨੂੰ ਅਧਿਕਾਰ ਸੌਂਪਣਾ ਹੈ। ਇੱਕ ਛੋਟਾ ਜਿਹਾ ਮਨੁੱਖ ਜਿਸ ਨੂੰ ਇਹ ਅਧਿਕਾਰ ਪ੍ਰਾਪਤ ਹੋਵੇ, ਜੇ ਚਾਹੇ ਤਾਂ ਕਿਸੇ ਨੂੰ ਪ੍ਰਤਿਭਾ, ਰੂਹ ਦਾ ਸੁੱਖ ਅਤੇ ਪਿਆਰ ਬਖਸ਼ ਸਕਦਾ ਹੈ। ਉਹ ਪਾਪ ਮਾਫ ਕਰ ਸਕਦਾ ਹੈ। ਉਹ ਦੇਵਤਿਆਂ ਦੀ ਸਾਰੀ ਸ਼ਕਤੀ ਨੂੰ ਬੁਲਾ ਕੇ ਉਸ ਦੇ ਪਿਛਲੇ ਗੁਨਾਹਾਂ ਦਾ ਨਾਸ਼ ਕਰ ਸਕਦਾ ਹੈ। ਰੂਹ ਦਾ ਜੀਵਨ ਵਹਿਮਾਂ ਭਰਮਾਂ ਦੇ ਗੁਲਾਮਾਂ ਨੂੰ ਮੁਕਤੀ ਦਾਨ ਕਰ ਸਕਦਾ ਹੈ ਅਤੇ ਤਿੰਨ ਜਹਾਨਾਂ ਦੇ ਦੁਖੀ ਬਾਦਸ਼ਾਹਾਂ ਨੂੰ ਸ਼ਾਂਤ, ਕਿਸੇ ਗਰੀਬ ਵਾਲੀ ਖੁਸ਼ੀ ਬਖਸ਼ ਸਕਦਾ ਹੈ ਅਤੇ ਕਿਸੇ ਗਰੀਬ ਨੂੰ ਆਪਣੇ ਆਪ ਵਿੱਚ ਅਜਿਹਾ ਸੁੱਖ ਦੇ ਸਕਦਾ ਹੈ ਜਿਵੇਂ ਕਿ ਉਹ ਸਾਰੇ ਸੰਸਾਰ ਦਾ ਬਾਦਸ਼ਾਹ ਹੋਵੇ। ਫਿਰ ਦੁਹਰਾ ਦਈਏ, ਰੂਹ ਦਾ ਜੀਵਨ ਵਹਿਮਾਂ ਭਰਮਾਂ ਦੇ ਗੁਲਾਮਾਂ ਨੂੰ ਮੁਕਤੀ ਦਾਨ ਕਰ ਸਕਦਾ ਹੈ ਅਤੇ ਤਿੰਨ ਜਹਾਨਾਂ ਦੇ ਦੁਖੀ ਬਾਦਸ਼ਾਹਾਂ ਨੂੰ ਸ਼ਾਂਤ, ਕਿਸੇ ਗਰੀਬ ਵਾਲੀ ਖੁਸ਼ੀ ਬਖਸ਼ ਸਕਦਾ ਹੈ ਅਤੇ ਕਿਸੇ ਗਰੀਬ ਨੂੰ ਆਪਣੇ ਆਪ ਵਿੱਚ ਅਜਿਹਾ ਸੁੱਖ ਦੇ ਸਕਦਾ ਹੈ ਜਿਵੇਂ ਕਿ ਉਹ ਸਾਰੇ ਸੰਸਾਰ ਦਾ ਬਾਦਸ਼ਾਹ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।